प्यारे विद्यार्थियों, प्यार भरी सत श्री अकाल। मैं रमनीक सिंह, लैक्चरर फिजिक्स, अरनीवाला, शेख सुभान। लास्ट टाइम बेटे ਆਪਾਂ ਕੀਤਾ ਸੀਗਾ ਸਿਗਨੀਫੀਕੈਂਟ ਫਿਗਰਸ। ਠੀਕ ਹੈ ਜੀ। ਸਿਗਨੀਫੀਕੈਂਟ ਫਿਗਰਸ ਦੇ ਵਿੱਚ ਆਪਾਂ ਕਿਹਾ ਡੈਫੀਨੇਸ਼ਨ ਦੇ ਵਿੱਚ ਕਿਹਾ ਸੀ ਵੀ ਉਹ ਵਾਲੀਆਂ ਫਿਗਰਸ ਜਿਹੜੀਆਂ ਆਪਣੇ ਕੋਲ ਕੀ ਹੈ ਐਕੂਰੇਟਲੀ ਨੋਨ ਟੂ ਅਸ ਇਨ ਅ ਕੈਲਕੂਲੇਸ਼ਨ ਆਰ ਕਾਲਡ ਦੀ ਸਿਗਨੀਫੀਕੈਂਟ ਫਿਗਰਸ। ਠੀਕ ਹੈ ਜੀ। ਜਾਂ ਕਹੀਏ ਵਿਚ ਆਰ ਇੰਪੋਰਟੈਂਟ ਫॉर ਅਸ ਡਿਊਰਿੰਗ ਅ ਕੈਲਕੂਲੇਸ਼ਨ ਆਰ ਕਾਲਡ ਦੀ ਸਿਗਨੀਫੀਕੈਂਟ ਫਿਗਰਸ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਰੂਲਸ ਕੀਤੇ ਸੀਗੇ। ਫਸਟ ਰੂਲ ਕੀ ਕਹਿੰਦਾ ਸੀਗਾ ਵੀ ਜੇ ਨੋਨ ਜ਼ੀਰੋ ਡਿਜਿਟਸ ਹੈਗੇ ਆ, ਸਾਰੇ ਨੋਨ ਜ਼ੀਰੋ ਡਿਜਿਟ, ਤਾਂ ਉਹ ਸਾਡੇ ਵਾਸਤੇ ਕੀ ਹੁੰਦੇ ਸਿਗਨੀਫੀਕੈਂਟ। ਸੈਕਿੰਡ ਆਪਾਂ ਕੀਤਾ ਸੀ ਵੀ ਜੇਕਰ ਇੱਕ ਜ਼ੀਰੋ ਹੈ ਜਿਹੜੀ ਨੋਨ ਜ਼ੀਰੋ ਡਿਜਿਟ ਦੇ ਵਿਚਕਾਰ ਆ ਜਾਏ ਤਾਂ ਵੀ ਉਹ ਆਪਣੇ ਵਾਸਤੇ ਕੀ ਹੈ ਸਿਗਨੀਫੀਕੈਂਟ। ਥਰਡ ਰੂਲ ਆਪਾਂ ਕੀਤਾ ਸੀਗਾ ਵੀ ਜੇਕਰ ਆਪਣੇ ਕੋਲ ਕਿ ਜ਼ੀਰੋਜ਼ ਆਰ ਫੋਲੋਡ, ਐਕਸਟ੍ਰੀਮ ਲੈਫਟ ਜ਼ੀਰੋ ਇਜ਼ ਨਾਟ ਫੋਲੋਡ ਬਾਈ ਅ ਨੋਨ ਜ਼ੀਰੋ, ਤਾਂ ਆਪਣੇ ਵਾਸਤੇ ਕੀ ਸੀਗੀ ਨਾਟ ਸਿਗਨੀਫੀਕੈਂਟ। ਬਟ ਇਹੀ ਵੈਲਿਊ ਆਪਣੇ ਕੋਲ ਕੈਲਕੂਲੇਸ਼ਨ 'ਚੋਂ ਆਈ ਹੈ ਨਾਲ ਸੈਂਟੀਮੀਟਰ, ਮੀਟਰ ਜਾਂ ਰੁਪੀਜ਼ ਲਿਖਿਆ ਹੋਇਆ, ਤਾਂ ਆਪਣੇ ਕੋਲ ਕੀ ਬਣ ਜਾਂਦੀਆਂ ਸੀ ਆਪਣੇ ਵਾਸਤੇ ਸਿਗਨੀਫੀਕੈਂਟ। ਠੀਕ ਹੈ ਜੀ। ਇੱਕ ਰੂਲ ਆਪਾਂ ਕੀਤਾ ਸੀਗਾ ਇਨ ਨੰਬਰ ਲੈਸ ਦੈਨ 1। ਠੀਕ ਹੈ ਜੀ। ਡੈਸੀਮਲ ਦੇ ਰਾਈਟ ਹੈਂਡ ਸਾਈਡ ਤੇ ਜਾਂ ਨੋਨ ਜ਼ੀਰੋ ਡਿਜਿਟ ਦੇ ਲੈਫਟ ਹੈਂਡ ਸਾਈਡ ਤੇ ਜਿਹੜੀਆਂ ਜ਼ੀਰੋ ਸੀ ਉਹ ਆਪਣੇ ਵਾਸਤੇ ਕੀ ਹੈ ਨਾਟ ਸਿਗਨੀਫੀਕੈਂਟ। ਠੀਕ ਹੈ ਜੀ। ਇੱਕ ਰੂਲ ਆਪਾਂ ਕੀਤਾ 30.00, ਇਹ ਜ਼ੀਰੋ ਸਾਡੇ ਵਾਸਤੇ ਕੀ ਹੈ ਸਿਗਨੀਫੀਕੈਂਟ। ਠੀਕ ਹੈ ਜੀ। ਇਸ ਤਰ੍ਹਾਂ ਦੇ ਜਿਹੜੇ ਸਾਰੇ ਰੂਲ ਹੈ ਉਹ ਅਸੀਂ ਸਿਗਨੀਫੀਕੈਂਟ ਫਿਗਰਸ ਦੇ ਕੇਸ ਦੇ ਵਿੱਚ ਕਰ ਲਏ ਸੀ ਬੇਟੇ। ਠੀਕ ਹੈ ਜੀ। ਹੁਣ ਆਪਣੇ ਕੋਲ ਕੀ ਹੈ ਅੱਜ ਆਪਾਂ ਕਰਾਂਗੇ ਅਰਥਮੈਟਿਕ ਇਨਵੋਲਵਡ ਇਨ ਸਿਗਨੀਫੀਕੈਂਟ ਫਿਗਰਸ। ਠੀਕ ਹੈ ਜੀ। ਕਹਿਣ ਦਾ ਮਤਲਬ ਸਿਗਨੀਫੀਕੈਂਟ ਫਿਗਰਸ and arithmetic operations। arithmetic operations बेटे अपने कोल किहड़े हुंदे एडिशन, सबट्रैक्शन, डिवीजन ते मल्टीप्लिकेशन। ठीक है जी। arithmetic अपने कोल किहड़े है एडिशन, सबट्रैक्शन, मल्टीप्लिकेशन ते डिवीजन। ਇਹ ਸਾਰੇ ਕੇਸਿਸ ਦੇ ਵਿੱਚ ਜੇਕਰ ਸਿਗਨੀਫੀਕੈਂਟ ਫਿਗਰ ਅਸੀਂ ਕੈਲਕੂਲੇਟ ਕਰ ਰਹੇ ਹਾਂ, ਦੋ ਸਿਗਨੀਫੀਕੈਂਟ ਫਿਗਰ ਨੂੰ ਅਸੀਂ ਐਡ ਕਰੀਏ ਤਾਂ ਕੀ ਰਿਜ਼ਲਟ ਆਏਗਾ, ਦੋ ਸਿਗਨੀਫੀਕੈਂਟ ਫਿਗਰ ਨੂੰ ਸਬਟਰੈਕਟ ਕਰੀਏ ਤਾਂ ਕੀ ਰਿਜ਼ਲਟ ਆਏਗਾ, ਦੋ ਸਿਗਨੀਫੀਕੈਂਟ ਫਿਗਰ ਨੂੰ ਮਲਟੀਪਲਾਈ ਕਰੀਏ ਤਾਂ ਕੀ ਰਿਜ਼ਲਟ ਆਏਗਾ, ਦੋ ਸਿਗਨੀਫੀਕੈਂਟ ਫਿਗਰਸ ਨੂੰ ਡਿਵਾਈਡ ਕਰੀਏ ਤਾਂ ਕੀ ਰਿਜ਼ਲਟ ਆਏਗਾ। ਠੀਕ ਹੈ ਜੀ। ਸਾਰਿਆਂ ਵਾਸਤੇ ਰੂਲ ਹੈ ਜਿਹੜਾ ਉਹ ਕਾਮਨ ਹੈ, ਇੱਕ ਹੀ ਰੂਲ ਹੈ ਜਿਹੜਾ ਅਸੀਂ ਸਾਰਿਆਂ ਵਾਸਤੇ ਜਿਹੜਾ ਉਹ ਅਪਲਾਈ ਕਰਨਾ। ਬਹੁਤ ਸੌਖਾ ਰੂਲ ਹੈ। ਰੂਲ ਆਪਣੇ ਕੋਲ ਕੀ ਕਹਿੰਦਾ ਬੇਟੇ, ਆਪਾਂ ਸਿੰਪਲੀ ਉਹਨੂੰ ਕਹੀਏ ਰਿਟੇਨ ਮਿਨੀਮਮ ਨੰਬਰ ਆਫ significant figures in result। ठीक है जी। रिटेन मिनिमम नंबर ऑफ significant figures in the result। ठीक है जी। as involved in components under arithmetic operation। कहने का मतलब ਜਦੋਂ ਆਪਾਂ ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ, ਡਿਵੀਜ਼ਨ ਕਰ ਰਹੇ ਹਾਂ ਤਾਂ ਰਿਜ਼ਲਟ ਦੇ ਵਿੱਚ ਆਪਾਂ ਕੀ ਰੱਖਣੀ ਹੈ ਮਿਨੀਮਮ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਹੀ ਰੱਖਣੀ ਹੈ। ਲਓ ਬੇਟੇ ਆਪਾਂ ਇਸ ਚੀਜ਼ ਨੂੰ ਐਗਜ਼ਾਮਪਲ ਨਾਲ ਜਿਹੜਾ ਐਕਸਪਲੇਨ ਕਰਦੇ ਹਾਂ, ਕਿਉਂਕਿ ਐਗਜ਼ਾਮਪਲ ਦੇ ਨਾਲ ਹੀ ਇਹ ਆਪਣੇ ਕੋਲ ਈਜ਼ੀਲੀ ਆਪਾਂ ਨੂੰ ਸਮਝ ਆ ਜਾਣਗੇ। ਲੈਟ ਵੀ ਵਾਂਟ ਟੂ ਐਡ ਟੂ ਸਿਗਨੀਫੀਕੈਂਟ ਫਿਗਰਸ 4 to 8.5। ਠੀਕ ਹੈ ਜੀ। ਇਹਨੂੰ ਅਸੀਂ ਐਡ ਕਿਹਦੇ ਵਿੱਚ ਕਰਨਾ ਚਾਹੁੰਦੇ ਹੋ 17.23।
ਇੱਥੇ ਮੰਨ ਲਓ ਇੱਕ 4 ਲਾ ਲਓ। ਦੇਖੋ ਬੇਟੇ ਜਦੋਂ ਅਸੀਂ ਇਹਨਾਂ ਨੂੰ ਐਡ ਕਰਾਂਗੇ ਤਾਂ ਐਸ ਕੇਸ ਪਹਿਲੇ ਕੇਸ ਦੇ ਵਿੱਚ ਦੇਖੋ ਸਿਗਨੀਫੀਕੈਂਟ ਫਿਗਰਸ ਕਿੰਨੀ ਹੈ 1 2 3 4 5 5। ਐਸ ਕੇਸ 'ਚ ਸਿਗਨੀਫੀਕੈਂਟ ਫਿਗਰ ਕਿੰਨੀ ਹੈ 1 2 3 4 4। ਇਹਦਾ ਮਤਲਬ ਮਿਨੀਮਮ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਇਨ ਦੀ ਕੰਪੋਨੈਂਟਸ ਇਨਵੋਲਵਡ। ਕੰਪੋਨੈਂਟਸ ਇਨਵੋਲਵਡ ਹੈ ਜਿਹੜੇ ਉਹਦੇ ਵਿੱਚ ਮਿਨੀਮਮ ਸਿਗਨੀਫੀਕੈਂਟ ਫਿਗਰਸ ਕਿੰਨੀਆਂ 4 ਤੇ ਰਿਜ਼ਲਟ ਦੇ ਵਿੱਚ ਵੀ ਕਿੰਨੀਆਂ ਹੋਣੀਆਂ ਚਾਹੀਦੀਆਂ 4। ਠੀਕ ਹੈ ਜੀ, ਰਿਜ਼ਲਟ ਦੇ ਵਿੱਚ ਵੀ ਕਿੰਨੀਆਂ ਹੋਣੀਆਂ ਚਾਹੀਦੀਆਂ 4। ਲੋ ਆਪਾਂ ਐਡ ਕਰਕੇ ਦੇਖਦੇ ਹਾਂ 428.54 ਇਹਦੇ ਵਿੱਚ ਐਡ ਕਰੋ। ਡੈਸੀਮਲ ਦੇ ਥੱਲੇ ਡੈਸੀਮਲ ਛੋਟੀਆਂ ਕਲਾਸਾਂ 'ਚ ਆਪਾਂ ਸਿੱਖਿਆ ਹੋਇਆ ਐਡ ਕਿਵੇਂ ਕਰਨਾ। ਠੀਕ ਹੈ ਜੀ, ਐਡ ਕਰ ਦਿਓ 4 + 3 7 5 + 2 7 ਡੈਸੀਮਲ 8 7 15 1 ਕੈਰੀ ਜੀ ਹਾਸਲ 1 + 2 3 3 + 1 4 4 ਆ ਰਿਜ਼ਲਟ ਆ ਗਿਆ। ਬਟ ਰਿਜ਼ਲਟ ਦੇ ਵਿੱਚ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੈ ਰਿਜ਼ਲਟ ਦੇ ਵਿੱਚ ਸਿਗਨੀਫੀਕੈਂਟ ਫਿਗਰਸ ਆਪਣੇ ਕੋਲ ਕਿੰਨੀਆਂ ਹੈਗੀਆਂ 5। ਬਟ ਸਿਗਨੀਫੀਕੈਂਟ ਫਿਗਰ ਦਾ ਰੂਲ ਕੀ ਕਹਿੰਦਾ ਵੀ ਰਿਟੇਨ ਦੀ ਮਿਨੀਮਮ ਨੰਬਰ ਆਫ ਸਿਗਨੀਫੀਕੈਂਟ ਫਿਗਰਸ। ਇਸ ਕੇਸ 4 ਹੈ ਇਸ ਲਈ ਅਸੀਂ ਕਿੰਨੀਆਂ ਫਿਗਰ ਰਿਟੇਨ ਕਰਨੀਆਂ ਇਹਦੇ 4। ਇਸ ਲਈ ਸਾਨੂੰ ਆਹ 7 ਡ੍ਰੌਪ ਕਰਨਾ ਪਵੇਗਾ। ਇਸ ਲਈ ਇਹ 7 ਸਾਨੂੰ ਕੀ ਕਰਨਾ ਪਵੇਗਾ ਡ੍ਰੌਪ। ਇਹ ਪੁਆਇੰਟ ਆਪਾਂ ਨੂੰ ਕਲੀਅਰ ਹੋਇਆ ਕਿ ਨਹੀਂ ਹੋਇਆ ਜੀ। ਜੇ ਇਹਨੂੰ ਡ੍ਰੌਪ ਕਰਨਾ ਤਾਂ ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਆ ਰਾਉਂਡ ਆਫ। ਇਸ ਨੂੰ ਅਸੀਂ ਕੀ ਕਹਿੰਦੇ ਬੇਟੇ ਰਾਉਂਡ ਆਫ। ਠੀਕ ਹੈ, ਹੁਣ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਇਹ ਗੱਲ ਸਿੱਖੀ ਹੋਈ ਹੈ ਵੀ ਜੇਕਰ ਡਿਜਿਟ ਟੂ ਬੀ ਡ੍ਰੌਪਡ ਇਜ਼ ਮੋਰ ਦੈਨ 5 5 ਤੋਂ ਕੀ ਹੋਵੇ ਉਹ ਵੱਡਾ ਹੋਵੇ ਤਾਂ 1 ਇਜ਼ ਐਡਿਡ। ਇਸ ਦੇ ਵਿੱਚ 1 ਕੀ ਹੋ ਜਾਊਗਾ ਐਡ ਕਰ ਦਿਆਂਗੇ ਤਾਂ ਰਿਜ਼ਲਟ ਆ ਗਿਆ 445.8। ਠੀਕ ਹੈ ਜੀ, ਇਹ ਪੁਆਇੰਟ ਆਪਣੇ ਕੋਲ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ। ਠੀਕ, ਹੁਣ ਕਿਉਂਕਿ ਰਾਉਂਡ ਆਫ ਦਾ ਪ੍ਰੋਸੈਸ ਵਿੱਚ ਆ ਗਿਆ ਸੋ ਆਪਾਂ ਅਰਥਮੈਟਿਕ ਕਰਨ ਤੋਂ ਪਹਿਲਾਂ ਆਪਾਂ ਰਾਉਂਡ ਆਫ ਦੇ ਜਿਹੜੇ ਰੂਲਸ ਹੈ ਪਹਿਲਾਂ ਉਹਨਾਂ ਨੂੰ ਹੀ ਕਲੀਅਰ ਕਰ ਲੈਂਦੇ ਹਾਂ। ਸੋ ਆਪਾਂ ਇਹਨੂੰ ਦੁਬਾਰਾ ਫਿਰ ਹੈ ਜਿਹੜਾ ਇੱਥੋਂ ਸ਼ੁਰੂ ਕਰਾਂਗੇ ਬਟ ਪਹਿਲਾਂ ਆਪਾਂ ਕੀ ਕਰਦੇ ਹਾਂ ਵਟ ਇਜ਼ ਰਾਉਂਡ ਆਫ। ਵਟ ਇਜ਼ ਰਾਉਂਡ ਆਫ। ਰਾਉਂਡ ਆਫ ਸਾਡੇ ਕੋਲ ਪ੍ਰੋਸੈਸ ਕੀ ਹੈ ਇਹ ਆਪਣੇ ਕੋਲ ਕੀ ਹੈ ਇਟ ਇਜ਼ ਦੀ ਪ੍ਰੋਸੈਸ ਆਫ estimating a given number by dropping the digit which is not required anymore, which is not important. It is the process of estimating the given number by dropping the digit which is not required anymore. कहने का मतलब वो वाला डिजिट ਜਿਹੜਾ ਸਾਨੂੰ ਹੁਣ ਨਹੀਂ ਚਾਹੀਦਾ ਹੈਗਾ ਉਹਨੂੰ ਡ੍ਰੌਪ ਕਰਨ ਦੀ ਜਿਹੜੀ ਪ੍ਰੋਸੈਸ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ ਰਾਉਂਡ ਆਫ ਇਜ਼ ਕਾਲਡ ਦੀ ਰਾਉਂਡ ਆਫ। ਠੀਕ ਹੈ ਜੀ, ਸੋ ਆਪਾਂ ਕਰਦੇ ਹਾਂ ਰੂਲਸ ਆਫ ਰਾਉਂਡ ਆਫ। ਰਾਉਂਡ ਆਫ ਕਰਨ ਦੇ ਨਿਯਮ ਸਾਡੇ ਕੋਲ ਕੀ ਹੈ ਸੌਖਾ ਹੈ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਕੀਤਾ ਹੋਇਆ। ਜਿਹੜੇ ਮੇਨ 2 ਰੂਲ ਆ ਉਹ ਸਾਨੂੰ ਪਹਿਲਾਂ ਹੀ ਪਤਾ ਹੈ। ਠੀਕ ਹੈ ਜੀ, ਇੱਕ ਇੱਥੇ ਅਸੀਂ ਟਰਮੀਨੋਲੋਜੀ ਯੂਜ਼ ਕਰਨੀ ਹੈ ਪ੍ਰੋਸੀਡ। ਪ੍ਰੋਸੀਡ ਦਾ ਮਤਲਬ ਹੁੰਦਾ ਪਹਿਲਾਂ ਵਾਲਾ। ਇੱਥੇ ਹੀ ਕੱਟ ਆਊਗੀ ਇੱਕ। ਪ੍ਰੋਸੀਡਿੰਗ ਡਿਜਿਟ ਕੀ ਹੁੰਦਾ ਜਿਹੜਾ ਡਿਜਿਟ ਤੁਹਾਨੂੰ ਅੰਡਰ ਆਪਰੇਸ਼ਨ ਹੈ ਕਹਿੰਦਾ ਮਤਲਬ ਜਿਹੜਾ ਤੁਸੀਂ ਡ੍ਰੌਪ ਕਰ ਰਹੇ ਹੋ ਉਦੋਂ ਪਹਿਲਾਂ ਵਾਲਾ ਡਿਜਿਟ। ਠੀਕ ਹੈ ਜੀ, ਪਹਿਲਾਂ ਵਾਲਾ ਨੰਬਰ। ਜਿਵੇਂ ਫॉर एग्जांपल ਆਪਾਂ ਲਿਖਿਆ 325.678। ਮੰਨ ਲਓ ਡਿਜਿਟ ਟੂ ਬੀ ਡ੍ਰੌਪਡ 8 ਹੈ ਤਾਂ ਡਿਜਿਟ ਪ੍ਰੋਸੀਡਿੰਗ ਟੂ ਇਟ ਇਜ਼ 7 ਐਂਡ ਡਿਜਿਟ ਫੋਲੋਡ ਬਾਈ ਇਟ ਮੰਨ ਲਓ ਇੱਥੇ 6 ਹੁੰਦਾ ਤਾਂ ਜਿਹੜਾ ਆਹ 6 ਹੈ ਇਹ ਆਪਣੇ ਕੋਲ ਕੀ ਹੈ ਫੋਲੋਡ ਬਾਅਦ ਵਿੱਚ ਆਇਆ ਜਿਹੜਾ ਤੇ ਇਹ 7 ਆਪਣੇ ਕੋਲ ਕੀ ਹੈ ਪ੍ਰੋਸੀਡਿੰਗ।
क्लीयर होया कि नहीं होया बेटे? ठीक है जी। सो आप हुण इहनूं यूज़ कर लैंदे। पहला रूल की कहंदा है, इफ द डिजिट टू बी ड्रॉप्ड, if the digit to be dropped is more than 5, is more than 5, then digit preceding to it is increased by 1। ਜਿਹੜਾ ਡਿਜਿਟ ਹੈ ਉਹਨੂੰ ਡ੍ਰੌਪ ਕਰ ਦਿੱਤਾ ਜਾਂਦਾ ਹੈ, ਪਰ ਜਿਹੜਾ ਉਸ ਤੋਂ ਪਹਿਲਾਂ ਵਾਲਾ ਡਿਜਿਟ ਹੈ ਉਹਦੇ ਵਿੱਚ 1 ਕੀ ਕਰ ਦਿੱਤਾ ਜਾਂਦਾ, ਐਡ। ਠੀਕ ਹੈ ਜੀ। ਜਿਵੇਂ ਮੰਨ ਲਓ ਆਪਾਂ ਐਗਜ਼ਾਮਪਲ ਲਈਏ 3.2, ਮਤਲਬ ਆਹ ਐਗਜ਼ਾਮਪਲ ਲੈ ਲਓ, ਚਲੋ 756। ਇਫ ਦੀ ਡਿਜਿਟ ਟੂ ਬੀ ਡ੍ਰੌਪਡ ਇਜ਼ 6, ਇਫ ਦੀ ਡਿਜਿਟ ਟੂ ਬੀ ਡ੍ਰੌਪਡ ਇਜ਼ 6 ਵਿਚ ਇਜ਼ ਮੋਰ ਦੈਨ 5, ਜਿਹੜਾ 6 ਹੈ ਬੇਟੇ ਉਹ 5 ਨਾਲੋਂ ਆਪਣੇ ਕੋਲ ਕੀ ਵੱਡਾ। ਜੇ 5 ਵੱਡਾ ਹੈ ਤਾਂ ਇਹ ਤੋਂ ਪਹਿਲਾਂ ਵਾਲਾ ਡਿਜਿਟ ਕੀ ਹੈ, ਉਹਦੇ ਵਿੱਚ 1 ਕੀ ਕਰ ਦੇਣਾ, ਐਡ। ਇਹਦਾ ਮਤਲਬ ਰਿਜ਼ਲਟ ਆਊਗਾ 328.76। ਇਹ ਆਪਣੇ ਕੋਲ ਰਿਜ਼ਲਟ ਆ। ਠੀਕ ਹੈ ਜੀ। ਲੋ ਸੈਕੰਡ ਰੂਲ, ਇਫ the digit to be dropped is less than 5, is less than 5, then digit preceding to it is left unchanged। ਜੇ 5 ਤੋਂ ਛੋਟਾ ਹੈ ਤਾਂ ਛੋਟਿਆਂ ਨੂੰ ਤਾਂ ਆਪਾਂ ਕੁਝ ਕਹਿਣਾ ਹੀ ਨਹੀਂ। ਆਪਣਾ ਕਲਚਰ ਹੈ, ਆਪਣਾ ਰੂਲ ਰੈਗੂਲੇਸ਼ਨ, ਆਪਾਂ ਪਿਆਰ ਕਰਨਾ ਛੋਟੇ ਬੱਚਿਆਂ ਨੂੰ, ਉਸੇ ਤਰ੍ਹਾਂ ਨਾਲ ਇੱਥੋਂ ਯਾਦ ਰੱਖ ਲੈਣਾ। ਠੀਕ ਹੈ ਜੀ। 328.74 ਇਫ ਦੀ ਡਿਜਿਟ ਟੂ ਬੀ ਡ੍ਰੌਪਡ ਇਜ਼ 4, 4 ਆਪਣੇ ਕੋਲ ਕੀ ਹੈ, ਲੈਸ ਦੈਨ 5, ਛੋਟਾ, ਛੋਟਾ ਤਾਂ ਜਾਣ ਦਿਓ। ਠੀਕ ਹੈ ਜੀ। The digit preceding to it is left unchanged। आंसर आ गया 328.7। ये अपने को आंसर आ गया। दसो बेटे क्लीयर होया कि नहीं होया? ठीक है जी। ये तो सी छोटियां क्लासां वाला काम, जिहड़ा सानू पता ही है, जिहड़ा असीं कीता। ठीक है जी। हुण आपां कहने हैं भी जेकर डिजिट टू बी ड्रॉप्ड है जिहड़ा, वो ना तो 5 तो छोटा है ਤੇ ਨਾ ਹੀ 5 ਤੋਂ ਵੱਡਾ ਹੈ, ਉਹ 5 ਦੇ ਬਰਾਬਰ ਹੈ। ਠੀਕ ਹੈ ਜੀ। ਕੀ ਕਹਿੰਦੇ ਆ, ਇਫ ਦੀ ਡਿਜਿਟ ਟੂ ਬੀ ਡ੍ਰੌਪਡ, ਇਫ ਦੀ ਡਿਜਿਟ ਟੂ ਬੀ ਡ੍ਰੌਪਡ ਇਜ਼ ਇਕੁਅਲ ਟੂ 5। ਹੁਣ ਦੱਸੋ ਬੇਟੇ ਹੁਣ ਕੀ ਹੋਏਗਾ? ਇਫ ਦੀ ਡਿਜਿਟ ਟੂ ਬੀ ਡ੍ਰੌਪਡ ਇਜ਼ ਇਕੁਅਲ ਟੂ 5 and digit preceding to it, digit preceding to it is a even number, is a even number, then number after dropping remains unchanged, remains unchanged। कहने का मतलब जिवें आपां एग्जाम्पल लईए 328.7 इत्थे ले लीए 6 दोबारा लेंगे 328.765 if the digit to be dropped is 5, ना 5 तो छोटा है ना 5 तो ਵੱਡਾ है, 5 ਦੇ ਬਰਾਬਰ है।
एंड डिजिट प्रोसीडिंग टू इट इज ईवन। ईवन की हुंदा बेटे जिस्त संख्यावां ਜਿਹੜੀਆਂ 2 ਤੇ ਕੀ ਹੋ ਜਾਂਦੀਆਂ डिवाइड कर ਦਿੰਦੀਆਂ। 2 ਦੇ ਟੇਬਲ ਦੇ ਵਿੱਚ ਜੇ ਉਹ ਆ ਜੇ 2 3s are 6 ਕਲੀਅਰ ਹੋਇਆ ਕਿ ਨਹੀਂ ਹੋਇਆ। 6 ਆਪਣੇ ਕੋਲ ਕਿਹੜਾ ਨੰਬਰ ਹੈ ਈਵਨ। if the digit to be dropped is 5 and the digit preceding to it is even, then after dropping that digit, ठीक है जी, after dropping that digit figure remains unchanged। आ गया रिजल्ट 328.76। 5 ਨੂੰ ਆਪਾਂ ਡ੍ਰੌਪ ਕਰਤਾ, ਉਸ ਤੋਂ ਪਹਿਲਾਂ ਵਾਲਾ ਡਿਜਿਟ ਆਪਣੇ ਕੋਲ ਕੀ ਸੀ ਈਵਨ ਸੀਗਾ, ਇਸ ਕਰਕੇ ਅਸੀਂ ਕੀ ਕੀਤਾ ਉਹ ਫਿਗਰ ਨੂੰ ਉਸੇ ਤਰ੍ਹਾਂ ਨਾਲ ਰੱਖ ਲਿਆ। ਕਲੀਅਰ ਹੈ ਜੀ। ਲਓ ਨੈਕਸਟ ਰੂਲ ਦੇਖੋ 4। ਇਹ ਆਪਣੇ ਕੋਲ ਕੀ ਕਹਿੰਦਾ ਹੈ ਇਫ ਦੀ ਡਿਜਿਟ to be dropped, if the digit to be dropped is equal to 5, equal to 5 5 ਦੇ ਬਰਾਬਰ ਹੀ ਹੈ, and digit proceeding to it is odd number, is odd number, then this odd number is increased by 1 after dropping the required digit। ਜਿਹੜਾ ਡਿਜਿਟ ਅਸੀਂ ਡ੍ਰੌਪ ਕਰਨਾ ਚਾਹੁੰਦੇ ਸੀ ਉਹਨੂੰ ਡ੍ਰੌਪ ਕਰ ਦਿੱਤਾ ਜਾਂਦਾ, ਪਰ ਜਿਹੜਾ ਡਿਜਿਟ ਉਹਨੂੰ ਪ੍ਰੋਸੀਡ ਕਰ ਰਿਹਾ ਹੁੰਦਾ 328.775। ਮੰਨ ਲਓ ਡਿਜਿਟ ਟੂ ਬੀ ਡ੍ਰੌਪਡ ਇਜ਼ 5 ਐਂਡ ਡਿਜਿਟ ਪ੍ਰੋਸੀਡਿੰਗ ਟੂ ਇਟ ਇਜ਼ ਔਡ। ਔਡ ਦਾ ਮਤਲਬ ਜਿਹੜਾ 2 ਦੇ ਪਹਾੜੇ 'ਚ ਨਾ ਹੋਵੇ, 2 ਨਾਲ ਪੂਰਾ ਪੂਰਾ ਡਿਵਾਈਡ ਨਾ ਹੋਵੇ, ਤਾਂ ਸੰਖਿਆਵਾਂ। ਠੀਕ ਹੈ ਜੀ। ਔਡ 7 ਆਪਣੇ ਕੋਲ ਕੀ ਔਡ ਹੈ, ਇਸ ਲਈ ਆਹ ਡਿਜਿਟ ਆਪਾਂ ਕੀ ਕਰ ਦਿਆਂਗੇ ਡ੍ਰੌਪ ਕਰ ਦਿਆਂਗੇ, ਬਟ ਡਿਜਿਟ ਪ੍ਰੋਸੀਡਿੰਗ ਟੂ ਇਟ ਇਜ਼ ਇਨਕਰੀਜ਼ਡ ਬਾਈ 1। ਆਪਣੇ ਕੋਲ ਰਿਜ਼ਲਟ ਆ ਗਿਆ। ਠੀਕ ਹੈ ਜੀ। ਉਮੀਦ ਕਰਦਾ ਹਾਂ ਰਾਉਂਡ ਆਫ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। 1 ਮਿੰਟ ਦੇ ਵਿੱਚ ਆਪਾਂ ਰਿਵਾਈਜ਼ ਕਰਦੇ ਹਾਂ। ਮੰਨ ਲਓ ਆਪਣੇ ਕੋਲ ਕੋਈ ਸੰਖਿਆ ਦਿੱਤੀ ਹੋਈ 3875226। ਜੇਕਰ ਡਿਜਿਟ ਡ੍ਰੌਪ ਕਰਨਾ ਹੈ ਉਹ 5 ਤੋਂ ਵੱਡਾ ਹੈ ਤਾਂ ਉਦੋਂ ਪਹਿਲਾਂ ਵਾਲੇ ਦੇ ਵਿੱਚ 1 ਐਡ ਹੋ ਜਾਣਾ। ਠੀਕ ਹੈ ਜੀ। ਜੇਕਰ ਡਿਜਿਟ ਡ੍ਰੌਪ ਕਰਨਾ ਹੈ ਉਹ ਆਪਣੇ ਕੋਲੇ ਕੀ ਹੈ 5 ਤੋਂ ਛੋਟਾ ਹੈ ਤਾਂ ਉਸ ਤੋਂ ਪਹਿਲਾਂ ਵਾਲੇ 'ਚ ਕੋਈ ਚੇਂਜ ਨਹੀਂ ਹੋਣੀ, ਰਿਮੇਨ ਅਨਚੇਂਜ। ਬਸ ਸਿੰਪਲੀ ਆ ਆਪਣੇ ਕੋਲ ਕੀ ਹੋ ਜਾਊਗਾ ਡ੍ਰੌਪ ਹੋ ਜਾਊਗਾ, ਰਿਜ਼ਲਟ ਆ ਜਾਊਗਾ। ਠੀਕ ਹੈ ਜੀ। 3rd ਰੂਲ ਕੀ ਕਹਿੰਦਾ ਹੈ ਵੀ ਜਿਹੜਾ ਡਿਜਿਟ ਤੁਸੀਂ ਡ੍ਰੌਪ ਕਰਨਾ ਹੈ ਉਹ ਆਪਣੇ ਕੋਲੇ 5 ਹੀ ਹੈ ਤੇ ਉਸ ਤੋਂ ਪਹਿਲਾਂ ਵਾਲਾ ਈਵਨ ਹੈ ਤਾਂ 1 ਅਨਚੇਂਜ। ਅਨਚੇਂਜ ਦਾ ਮਤਲਬ ਇਹਨੂੰ ਡ੍ਰੌਪ ਕਰ ਦਿਓ, ਬਸ ਆ ਰਿਜ਼ਲਟ ਆ ਜਾਊਗਾ। ਠੀਕ ਹੈ ਜੀ। ਜਿਹੜਾ ਡਿਜਿਟ ਡ੍ਰੌਪ ਕਰਨਾ ਹੈ ਜੇ ਉਹ 5 ਹੈ ਤੇ ਉਸ ਤੋਂ ਪਹਿਲਾਂ ਵਾਲਾ ਡਿਜਿਟ ਕੀ ਹੈ ਔਡ ਹੈ ਤਾਂ ਇਹਦੇ ਵਿੱਚ ਕੀ ਕਰ ਦਿਓ 1 ਐਡ ਕਰ ਦਿਓ ਤਾਂ ਰਿਜ਼ਲਟ ਆਊਗਾ 328.754। ਉਮੀਦ ਕਰਦਾ ਉਮੀਦ ਹੀ ਕਰ ਸਕਦੇ ਕਿਉਂਕਿ ਤੁਸੀਂ ਬੱਚੇ ਮਿਹਨਤੀ ਹੋ, ਘਰ ਕਰੋਗੇ ਸਹੀ। ਠੀਕ ਹੈ ਜੀ। ਰਾਉਂਡ ਆਫ ਜਿਹੜਾ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਠੀਕ ਹੈ। ਹੁਣ ਅਸੀਂ ਜਾਣੇ ਵਾਪਿਸ, ਆਪਾਂ ਕੀ ਕਰ ਰਹੇ ਸੀ ਅਰਥਮੈਟਿਕ ਆਪਰੇਸ਼ਨਸ ਇਨਵੋਲਵਡ ਇਨ ਦੀ ਐਡੀਸ਼ਨ ਸਬਟ੍ਰੈਕਸ਼ਨ ਮਲਟੀਪਲੀਕੇਸ਼ਨ। ਠੀਕ ਹੈ ਜੀ। ਇਹ ਅਰਥਮੈਟਿਕ ਆਪਰੇਸ਼ਨਸ ਹੈ ਜਿਹੜੇ ਸਾਡੇ ਕੋਲ ਕਿਹਦੇ ਵਿੱਚ ਇਨਵੋਲਵ ਸੀ ਸਿਗਨੀਫੀਕੈਂਟ ਫਿਗਰਸ ਦੇ ਵਿੱਚ। ਠੀਕ ਹੈ ਜੀ। significant figures and arithmetic operations। ठीक है जी। ਆਪਾਂ ਇਹਦੇ ਵਿੱਚ ਜਿਹੜਾ ਰੂਲ ਡਿਸਕਸ ਕੀਤਾ ਸੀ ਉਹ ਰੂਲ ਆਪਣੇ ਕੋਲ ਕੀ ਸੀਗਾ ਰਿਟੇਨ ਦੀ। ਰੂਲ ਆਪਣੇ ਕੋਲ ਕੀ ਕਹਿੰਦਾ ਸੀ
retain the least number of significant figures in result, ठीक है जी, in result ਜਿਹੜੇ ਕੰਪੋਨੈਂਟ ਆਪਣੇ ਕੋਲ ਵਿੱਚ ਇਨਵੋਲਵਡ ਹੈ ਉਹਨਾਂ ਵਿੱਚੋਂ ਜਿੰਦੇ ਕੋਲੇ ਲੈਸ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਹੈ ਉਹ ਆਪਾਂ ਕੀ ਕਰ ਲੈਣੀ ਹੈ, ਰਿਟੇਨ ਕਰ ਲੈਣੀ ਹੈ, ਤੇ ਬਾਕੀ ਆਪਾਂ ਕੀ ਕਰ ਲੈਣਾ, ਡ੍ਰੌਪ ਕਰ ਦੇਣਾ। ਠੀਕ ਹੈ ਜੀ, ਜਿਵੇਂ ਆਪਾਂ ਐਗਜ਼ਾਮਪਲ ਲਈ ਮੰਨ ਲਓ ਆ ਐਗਜ਼ਾਮਪਲ ਲਈਏ 428.5, ਇਹਦੇ ਵਿੱਚੋਂ ਮੰਨ ਲਓ ਆਪਾਂ ਸਬਟਰੈਕਟ ਕਰਨਾ, ਠੀਕ ਹੈ ਜੀ। ਇਹਦੇ ਵਿੱਚ ਆਪਣੇ ਕੋਲ ਸਿਗਨੀਫੀਕੈਂਟ ਫਿਗਰ ਕਿੰਨੀ ਹੈ ਬੇਟੇ, 3 ਤੇ 2 5, ਇਹਦੇ ਵਿੱਚ ਕਿੰਨੀ ਹੈ 4, ਠੀਕ ਹੈ ਜੀ। 428.56 ਸਬਟਰੈਕਟ ਕਰੋ 17.23, 6 ਚੋਂ 3 ਗਏ ਬੇਟੇ 3, 5 ਚੋਂ 2 ਗਏ 3, 8 ਚੋਂ 7 1, 2 ਚੋਂ 1 1, ਠੀਕ ਹੈ, ਇੱਥੇ ਆ ਗਿਆ 4। ਹੁਣ ਰਿਜ਼ਲਟ ਦੇ ਵਿੱਚ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੈ 5, ਇਹਦੇ ਵਿੱਚ ਕਿੰਨੀਆਂ ਬੇਟੇ 5, ਇਹਦੇ ਵਿੱਚ ਆਪਣੇ ਕੋਲ ਕਿੰਨੀਆਂ 4। ਆਪਣਾ ਰੂਲ ਕੀ ਕਹਿੰਦਾ, ਰਿਟੇਨ ਦੀ ਮਿਨੀਮਮ ਨੰਬਰ ਆਫ ਦੀ ਸਿਗਨੀਫੀਕੈਂਟ ਫਿਗਰਸ, ਤਾਂ ਆਪਾਂ ਇਹਦੇ ਵਿੱਚ ਕਿੰਨੀਆਂ ਰਿਟੇਨ ਕਰਨੀਆਂ 4, 1 2 3 4। ਇਹਦਾ ਮਤਲਬ ਆ ਡਿਜਿਟ ਅਸੀਂ ਕੀ ਕਰਨਾ ਚਾਹੁੰਦੇ, ਡ੍ਰੌਪ। ਹੁਣ ਡ੍ਰੌਪ ਵਾਲੇ ਸਾਨੂੰ ਰੂਲ ਪਤਾ ਹੀ ਹੈ, ਇਫ ਦੀ ਡਿਜਿਟ ਟੂ ਬੀ ਡ੍ਰੌਪਡ ਇਜ਼ ਲੈਸ ਦੈਨ 5 then after dropping remaining term will remain unchanged। ਇਹਦਾ ਮਤਲਬ ਆਨਸਰ ਕਿੰਨਾ ਆਊਗਾ 411.3 ਆਨਸਰ ਆ ਗਿਆ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ, ਠੀਕ ਹੈ ਜੀ, ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਜੀ, ਠੀਕ ਹੈ। ਉਸੇ ਤਰ੍ਹਾਂ ਨਾਲ ਜੇ ਮਲਟੀਪਲਾਈ ਕਰਨਾ ਹੈ ਤਾਂ ਉਹੀ ਦੋ ਫਿਗਰ ਲੈ ਕੇ ਉਹਨਾਂ ਨੂੰ ਮਲਟੀਪਲਾਈ ਕਰ ਦਿਓ, ਮੈਂ ਸਿੱਧਾ ਰਿਜ਼ਲਟ ਚੱਕਦਾ। ਲਓ ਬੇਟੇ ਆਪਾਂ ਕੀ ਕਰਨਾ ਹੈ, ਮਲਟੀਪਲਾਈ ਕੀ ਕਰਨਾ ਬੇਟੇ, ਆਪਾਂ ਮਲਟੀਪਲਾਈ ਕਰਨਾ ਹੈ, ਠੀਕ ਹੈ ਜੀ। ਕਿਹਨੂੰ ਕਿਹਨੂੰ ਮਲਟੀਪਲਾਈ ਕਰਨਾ, ਮੰਨ ਲਓ 312.65, ਇਹ ਤੁਹਾਡੀ ਬੇਟੇ ਮਾਡਰਨ ਦੀ ਬੁੱਕ ਦੇ ਵਿੱਚੋਂ ਹੀ ਮੈਂ ਤੁਹਾਨੂੰ ਐਗਜ਼ਾਮਪਲ ਕਰਵਾ ਰਿਹਾ, ਕਿਉਂਕਿ ਇਹ ਬੁੱਕ ਹੈ ਜਿਹੜੀ ਆਪਾਂ ਫੋਲੋ ਕਰਨੀ ਹੈ ਜਾਂ ਜ਼ਿਆਦਾਤਰ ਬੱਚੇ ਜਿਹੜੀ ਫੋਲੋ ਕਰਦੇ, ਠੀਕ ਹੈ। ਇਹ ਆਪਾਂ ਮਲਟੀਪਲਾਈ ਕਰਨਾ ਹੈ। ਮਲਟੀਪਲਾਈ ਕਰਨ ਤੋਂ ਬਾਅਦ ਬੇਟੇ ਮੈਂ ਸਿੱਧਾ ਰਿਜ਼ਲਟ ਲਿਖਣ ਲੱਗਿਆ, ਉਮੀਦ ਕਰਦਾ ਗੁਣਾ ਆਉਂਦੀ ਹੋਊਗੀ। 8 6 ਨੀਚੇ ਲਿਖਦੇ ਬੇਟੇ, ਇਹਦਾ ਰਿਜ਼ਲਟ ਆਇਆ 8253.960, ਠੀਕ ਹੈ। ਕੋਈ ਵੀ ਰਿਜ਼ਲਟ ਆਇਆ ਹੋਵੇ, ਆਪਣਾ ਰੂਲ ਕੀ ਕਹਿੰਦਾ ਹੈ, ਦੇਖੋ ਬੇਟੇ ਇਹਦੇ ਵਿੱਚ ਕਿੰਨੀਆਂ ਸਿਗਨੀਫੀਕੈਂਟ ਫਿਗਰ ਹੈ 3 ਤੇ 2 5, ਇਹਦੇ ਵਿੱਚ ਕਿੰਨੀਆਂ ਸਿਗਨੀਫੀਕੈਂਟ ਫਿਗਰ ਹੈ ਬੇਟੇ 3। ਹੁਣ ਦੇਖੋ ਪੰਗਾ ਕੀ ਪੈਂਦਾ, ਇਹਦਾ ਮਤਲਬ ਰਿਜ਼ਲਟ ਦੇ ਵਿੱਚ ਆਪਾਂ ਕਿੰਨੀਆਂ ਫਿਗਰ ਹੈ ਜਿਹੜੀਆਂ ਉਹ ਰਿਟੇਨ ਕਰਨੀਆਂ 3। ਇਹਦਾ ਮਤਲਬ ਡਿਜਿਟ ਟੂ ਵੀ ਡ੍ਰੌਪਡ ਕਿੰਨਾ ਉਹ ਤਾਂ ਹੋਣਾ ਹੈ, ਠੀਕ ਹੈ ਜੀ। ਇਹਦਾ ਮਤਲਬ ਕੀ ਹੋਇਆ ਵੀ ਜੇਕਰ ਮੈਂ ਇਹਨੂੰ ਡ੍ਰੌਪ ਕਰਕੇ 825 ਲਿਖ ਦੂੰਗਾ ਇਹ ਤਾਂ ਗਲਤ ਹੋ ਜਾਊਗਾ। ਉਹ 8253 ਹੈ, ਇਹ 825 ਹੋ ਗਿਆ, ਇਹਦਾ ਮਤਲਬ ਇਹਦਾ ਰਿਜ਼ਲਟ ਆਪਾਂ ਨੂੰ ਨਜ਼ਰ ਆਈ ਜਾਂਦਾ ਵੀ ਰਾਉਂਡ ਆਫ ਕਰਕੇ ਇਹ ਨਹੀਂ ਆ ਸਕਦਾ, ਠੀਕ ਹੈ ਜੀ। ਇਸ ਲਈ ਡਿਜਿਟ ਟੂ ਬੀ ਡ੍ਰੌਪਡ ਹੈ, ਆਪਾਂ ਨੂੰ ਪਤਾ ਵੀ ਹੁਣ ਸਿਗਨੀਫੀਕੈਂਟ ਫਿਗਰ ਰੱਖਣੀਆਂ ਵੀ 3 ਹੈ, ਫਿਗਰ ਵੀ ਕਲੋਜ਼ੈਸਟ, ਤਾਂ ਆਪਾਂ ਇੱਥੇ ਕੀ ਲਾਵਾਂਗੇ ਬੇਟੇ, ਹਾਂਜੀ ਕੀ ਲਾਵਾਂਗੇ, ਇੱਥੇ ਆਪਾਂ ਲਾ ਦਾਂਗੇ 0। ਕੀ ਰਿਜ਼ਲਟ ਆਊਗਾ 8250, ਕਿਉਂਕਿ ਸਾਨੂੰ ਪਤਾ ਹੈ ਸਿਗਨੀਫੀਕੈਂਟ ਫਿਗਰ ਦਾ ਨਿਯਮ ਕੀ ਕਹਿੰਦਾ ਹੈ, ਜਿਹੜੀ ਐਕਸਟ੍ਰੀਮ ਜਿਹੜੀ ਆਪਣੇ ਕੋਲ ਲਾਸਟ ਹੈ 0, ਜੇਕਰ ਉਹ ਫੋਲੋ ਨਹੀਂ ਕਰ ਰਹੀ ਉਸ ਤੋਂ ਬਾਅਦ ਕੋਈ ਨਾਨ ਜ਼ੀਰੋ ਡਿਜਿਟ, ਤਾਂ ਉਹ ਸਿਗਨੀਫੀਕੈਂਟ ਨਹੀਂ ਹੁੰਦੀ। ਇਹਦਾ ਮਤਲਬ ਇਸ ਕੇਸ 'ਚ ਆਪਣੇ ਕੋਲ ਸਿਗਨੀਫੀਕੈਂਟ ਫਿਗਰਸ ਕਿੰਨੀ ਹੈ ਬੇਟੇ 3। ਬਸ ਇਸ ਤਰ੍ਹਾਂ ਦੇ ਨੂਮੈਰੀਕਲ 'ਚ ਹੀ ਆਪਾਂ ਫਸ ਜਾਂਦੇ, ਬਾਕੀ ਸਾਰੇ ਆਪਾਂ ਕਰ ਲੈਂਦੇ ਹਾਂ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ। ਇਸੇ ਤਰ੍ਹਾਂ ਨਾਲ ਹੀ ਮੰਨ ਲਓ ਮਲਟੀਪਲਾਈ ਤੋਂ ਬਾਅਦ ਆਪਾਂ ਡਿਵਾਈਡ ਕੀਤਾ ਹੁੰਦਾ, ਰੂਲ ਸੇਮ ਹੀ ਰਹਿਣਾ, ਠੀਕ ਹੈ ਜੀ। ਮੰਨ ਲਓ ਆਪਾਂ ਡਿਵਾਈਡ ਕੀਤਾ ਹੁੰਦਾ, ਡਿਵਾਈਡ ਕਰਨ ਤੋਂ ਬਾਅਦ ਮੰਨ ਲਓ ਕੋਈ ਵੀ ਦੋ ਫਿਗਰ ਹੈ x ਡਿਵਾਈਡ ਬਾਈ y, ਠੀਕ ਹੈ ਜੀ, ਤੇ ਮੰਨ ਲਓ ਆਪਣੇ ਕੋਲੇ ਰਿਜ਼ਲਟ ਆ ਗਿਆ 52 ਪੁਆਇੰਟ, ਮੈਂ ਬੁੱਕ 'ਚੋਂ ਚੱਕ ਲੈਂਦੇ, ਚਲੋ ਬੁੱਕ 'ਚ ਚਲੋ x y ਦੀ ਵੈਲਿਊ ਆਪਾਂ ਬੁੱਕ 'ਚੋਂ ਚੱਕ ਲੈਂਦੇ ਹਾਂ।
ਆਪਾਂ ਮਲਟੀਪਲਾਈ ਕਰਨ ਲੱਗੇ ਹਾਂ ਬੇਟੇ, ਡਿਵਾਈਡ 2.5 ਮਲਟੀਪਲਾਈ ਬਾਈ 10 ਰੇਜ਼ ਪਾਵਰ 5, ਇਹਨੂੰ ਆਪਾਂ ਡਿਵਾਈਡ ਕਿਹਦੇ ਨਾਲ ਕਰਨਾ ਹੈ 4.75 ਇੰਟੂ 10 ਰੇਜ਼ ਪਾਵਰ 3। ਰਿਜ਼ਲਟ ਦੇਖੋ ਆਪਣੇ ਕੋਲ ਕੀ ਆਇਆ 52.6316। ਠੀਕ ਹੈ ਜੀ। ਦੇਖੋ ਹੁਣ ਇਹਦੇ ਵਿੱਚ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਆਪਾਂ ਆਹ ਦੇਖਣਾ ਹੁੰਦਾ, 10 ਰੇਜ਼ ਪਾਵਰ ਨਹੀਂ ਆਪਾਂ ਕਾਊਂਟ ਕਰਨਾ, ਇਹਨੂੰ ਨਹੀਂ ਆਪਾਂ ਕਾਊਂਟ ਕਰਨਾ। ਇਹ ਸਾਇੰਟੀਫਿਕ ਨੋਟੇਸ਼ਨ ਦੀ ਫਾਰਮ 'ਚ ਜਦੋਂ ਵੀ ਆਪਣੇ ਕੋਲ ਦਿੱਤਾ ਤਾਂ ਜਿਹੜੀਆਂ 10 ਰੇਜ਼ ਟੂ ਦੀ ਪਾਵਰ ਦਿੱਤੀਆਂ ਇਹ ਅਸੀਂ ਕਾਊਂਟ ਨਹੀਂ ਕਰਨੀਆਂ। ਇੱਥੇ ਆਪਣੇ ਕੋਲ ਕਿੰਨੀਆਂ ਸਿਗਨੀਫੀਕੈਂਟ ਫਿਗਰ ਹੈ 2, ਇੱਥੇ ਸਿਗਨੀਫੀਕੈਂਟ ਫਿਗਰ ਆਪਣੇ ਕੋਲ ਕਿੰਨੀ ਹੈ 3। ਇਹਦਾ ਮਤਲਬ ਅਸੀਂ ਰਿਜ਼ਲਟ ਦੇ ਵਿੱਚ ਘੱਟੋ ਘੱਟ ਕਿੰਨੀਆਂ ਰਿਟੇਨ ਕਰਨੀਆਂ 2 ਦੇ ਹਿਸਾਬ ਨਾਲ ਤਾਂ ਆਪਣੇ ਕੋਲ ਕੀ ਵੀ ਇਹ ਸਾਰੇ ਅਸੀਂ ਕੀ ਕਰਨੇ ਡ੍ਰੌਪ ਕਰਨੇ ਆ। ਠੀਕ ਹੈ ਜੀ। ਇਹਦਾ ਮਤਲਬ ਕੀ ਹੋਇਆ digit 2 ਵੀ ਡ੍ਰੌਪਡ ਆਪਣੇ ਕੋਲ ਕੀ ਹੋਇਆ 6, digit 2 ਵੀ ਡ੍ਰੌਪਡ ਆਪਣੇ ਕੋਲ ਕੀ ਹੈ 6 is more than 5, 5 ਤੋਂ ਵੱਡਾ ਹੈ ਤਾਂ digit proceeding to it is added by 1, ਸੋ ਰਿਜ਼ਲਟ ਆਪਣੇ ਕੋਲ ਕੀ ਆਊਗਾ 53। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ। ਇਹ ਸੀ ਆਪਣੇ ਕੋਲ ਅਰਥਮੈਟਿਕ ਆਪਰੇਸ਼ਨਸ ਇਨਵੋਲਵਡ ਇਨ ਸਿਗਨੀਫੀਕੈਂਟ ਫਿਗਰਸ ਐਂਡ ਰਾਉਂਡ ਆਫ। ਉਮੀਦ ਕਰਦਾ ਹਾਂ ਬੇਟੇ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਠੀਕ ਹੈ ਜੀ। ਘਰ ਜਾ ਕੇ ਇਹਦੀ ਕਰ ਰਹੀ ਹੋ, ਵੈਸੇ ਇਹਦੀ ਰਿਵੀਜ਼ਨ ਕਰੋ। ਠੀਕ ਹੈ ਜੀ। ਨੈਟ ਤੋਂ ਐਗਜ਼ਾਮਪਲਸ ਆ ਜਿਹੜੀਆਂ ਉਹ ਲੱਭ ਲਿਆ ਕਰੋ। ਬੁੱਕ ਤੁਹਾਡੇ ਕੋਲ ਹੈਗੀ ਹੈ ਤਾਂ ਠੀਕ ਹੈ, ਨਹੀਂ ਤਾਂ ਮੈਨੂੰ ਮੈਸੇਜ ਕਰੋ, ਮੈਂ ਬੁੱਕ ਦੇ ਵਿੱਚੋਂ ਤੁਹਾਨੂੰ ਕੀ ਕਰੂੰਗਾ ਬੇਟੇ ਉਹਦੀ ਕਲਿੱਪ ਹੈ ਜਿਹੜੀ ਉਹ ਤੁਹਾਨੂੰ ਸੈਂਡ ਕਰ ਦੂੰਗਾ। ਤੁਸੀਂ ਉਸ ਨੂੰ ਕੀ ਕਰਨਾ ਹੈਗਾ ਰਿਵਾਈਜ਼ ਕਰ ਲੈਣਾ ਹੈਗਾ, ਕਿਉਂਕਿ ਜਿੰਨਾ ਆਪਾਂ ਕਿਸੇ ਚੀਜ਼ ਨੂੰ ਰਿਵਾਈਜ਼ ਕਰਾਂਗੇ ਉਨਾ ਹੀ ਆਪਣੇ ਕੋਲ ਰਿਜ਼ਲਟ ਆਊਗਾ। ਠੀਕ ਹੈ ਜੀ। ਖੁਸ਼ ਰਹੋ, ਘਰ ਰਹੋ, ਆਪਦੇ ਮਾਤਾ ਪਿਤਾ ਦੀ ਸੇਵਾ ਕਰੋ ਤੇ ਜਿਹੜੇ ਸਰਕਾਰ ਦੁਆਰਾ ਜਿਹੜੇ ਨਿਯਮਾਂ ਦੇ ਆਪਾਂ ਨੂੰ ਪਾਲਣ ਕਰਨ ਲਈ ਕਿਹਾ ਗਿਆ ਉਹਨਾਂ ਨਿਯਮਾਂ ਦੀ ਪਾਲਣਾ ਕਰੋ ਤੇ ਵਾਹਿਗੁਰੂ ਦੀ ਛਤਰ ਛਾਇਆ ਦੇ ਵਿੱਚ ਹਮੇਸ਼ਾ ਰਹੋ। ਥੈਂਕਸ ਐਂਡ ਹੈਵ ਏ ਨਾਈਸ ਡੇ।